ਸਾਹਿਬ ਜੀਓ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ ਵਾਹਿਗੁਰੂ ਸਾਹਿਬ ਜੀਓ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨਿਫਲ ਜਾਤ ਹੈ ਜਿਉ ਕੁੰਚਰ ਇਸ਼ਨਾਨ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨਿਫਲ ਜਾਤ ਹੈ ਜਿਉ ਕੁੰਚਰ ਇਸ਼ਨਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੇ ਪਾਵਨ ਚਰਨ ਕਮਲਾਂ ਵਿੱਚ ਆਪ ਜੁੜ ਮਿਲ ਬੈਠੇ ਹੋ। ਸਤਿਕਾਰਯੋਗ ਭਾਈ ਸਾਹਿਬ ਪਾਸੋਂ ਰੱਬੀ ਬਾਣੀ ਦਾ ਪਾਠ ਆਪ ਸਭਨਾਂ ਨੇ ਬੜੇ ਪਿਆਰ ਨਾਲ ਸ਼ਰਵਣ ਕੀਤਾ ਹੈ। ਆਓ ਸਮਾਂ ਗੁਰਮਤਿ ਵਿਚਾਰਾਂ ਦਾ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ, ਜਿਸ ਅੰਦਰ ਮੇਰੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਧਰਮ ਦੇ ਕਰਮ ਕਰਦਿਆਂ ਹੋਇਆਂ ਉਹਨੂੰ ਸੁਚੇਤ ਕੀਤਾ ਹੈ ਕਿ ਜੋ ਤੂੰ ਧਰਮ ਦੇ ਕਰਮ ਕਰਦਾ ਹੈ, ਕਰਨ ਤੋਂ ਬਾਅਦ ਅਗਰ ਤੇਰੇ ਅੰਦਰ ਮਾਨ ਆ ਜਾਂਦਾ ਹੈ, ਹਉਮੈ ਆ ਜਾਂਦੀ ਹੈ, ਮੈਂ ਆ ਜਾਂਦੀ ਹੈ, ਤਾਂ ਤੇਰੇ ਕੀਤੇ ਹੋਏ ਜਿਹੜੇ ਧਾਰਮਿਕ ਕਰਮ ਹਨ ਉਹ ਅਜ਼ਾਈਂ ਵਿਅਰਥ ਚਲੇ ਜਾਂਦੇ। ਹਰ ਇੱਕ ਮਨੁੱਖ ਦੀ ਆਪਣੀ ਇੱਕ ਆਸਥਾ ਹੈ, ਭਾਵਨਾ ਹੈ, ਸ਼ਰਧਾ ਹੈ। ਹਰ ਇੱਕ ਧਰਮ ਦੀ ਇੱਕ ਵੱਖਰੀ ਆਪਣੀ ਮਰਿਆਦਾ ਹੈ। ਉਸ ਮੁਤਾਬਕ ਉਹ ਧਰਮ ਦੇ ਕਰਮ ਕਰਦੇ ਹਨ। ਸਤਿਗੁਰ ਪਾਤਸ਼ਾਹ ਜੀ ਆਖਦੇ ਨੇ, ਜੇ ਕੋਈ ਮਨੁੱਖ ਇਸ ਸੰਸਾਰ ਦੇ ਅੰਦਰ ਤੀਰਥਾਂ ਤੇ ਜਾਂਦਾ ਹੈ, ਤੀਰਥਾਂ ਦੇ ਰਟਨ ਕਰਦਾ ਹੈ, ਤੀਰਥਾਂ ਤੇ ਇਸ਼ਨਾਨ ਕਰਦਾ ਹੈ, ਜਾਂ ਕੋਈ ਮਨੁੱਖ ਵਰਤ ਆਦਿਕ ਰੱਖਦਾ ਹੈ, ਜਾਂ ਸਭ ਆਖਦੇ ਨੇ ਕਿ ਮਨੁੱਖ ਹੋਰ ਜਿੰਨੇ ਵੀ ਕਰਮ ਕਰਦਾ ਹੈ, ਉਹ ਭਾਵੇਂ ਦਾਨ ਕਰਨਾ ਹੋਵੇ, ਭੁੱਖੇ ਰਹਿਣਾ ਹੋਵੇ, ਕਿੰਨੇ ਵੀ ਧਰਮ ਦੇ ਕਰਮ ਨੇ, ਅਗਰ ਉਹ ਕਰਮ ਕਰਨ ਦੇ ਨਾਲ ਮਨੁੱਖ ਦੀ ਹਉਮੈ ਵੱਧ ਜਾਵੇ ਤਾਂ ਉਹਦੇ ਕਰਮ ਇਸ ਤਰ੍ਹਾਂ ਨੇ ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ। ਹਾਥੀ ਜਦੋਂ ਇਸ਼ਨਾਨ ਕਰਦਾ ਹੈ ਪਾਣੀ ਦੇ ਅੰਦਰ, ਇਸ਼ਨਾਨ ਕਰਨ ਤੋਂ ਬਾਅਦ ਜਦੋਂ ਬਾਹਰ ਨਿਕਲਦਾ ਹੈ ਉਹ ਕੀ ਕਰਦਾ ਹੈ, ਫਿਰ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਆਖਦੇ ਨੇ, ਕਿਤੇ ਤੇਰੇ ਕੀਤੇ ਹੋਏ ਕਰਮ ਇਸ ਤਰ੍ਹਾਂ ਦੇ ਨਹੀਂ। ਆਪਾਂ ਇੱਕ ਬੜਾ ਪਿਆਰਾ ਬਚਨ ਪੜ੍ਹਦੇ ਹਾਂ ਸਤਿਗੁਰ ਪਾਤਸ਼ਾਹ ਜੀ ਦਾ। ਸਾਹਿਬ ਆਖਦੇ ਨੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ। ਬੜੇ ਪਾਠ ਕੀਤੇ। ਹੁਣ ਹਰ ਧਰਮ ਦੇ ਅੰਦਰ ਆਪਣੇ ਕੀਤੇ ਮੁਤਾਬਕ ਮਨੁੱਖ ਪਾਠ ਕਰਦੇ। ਸਿੱਖੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪਾਠ, ਨਿਤਨੇਮ ਦਾ ਪਾਠ ਆਪਾਂ ਕਰਦੇ ਹਾਂ। ਇਸੇ ਤਰ੍ਹਾਂ ਹਿੰਦੂ ਮਤ ਦੇ ਅੰਦਰ ਉਹ ਵੇਦਾਂ ਦਾ ਪਾਠ ਕਰਦੇ, ਪੁਰਾਣਾਂ ਦਾ, ਸਿਮਰਤੀਆਂ ਦਾ ਪਾਠ ਕਰਦੇ ਨੇ, ਸ਼ਾਸਤਰਾਂ ਦਾ ਪਾਠ ਕਰਦੇ ਨੇ। ਇਸਲਾਮ ਮਤ ਦੇ ਅੰਦਰ ਉਹ ਕੁਰਾਨ ਆਦਿਕ
ਧਰਮ ਗ੍ਰੰਥ ਦਾ ਪਾਠ ਕਰਦੇ ਨੇ, ਤਾਂ ਇਸ ਤਰੀਕੇ ਨਾਲ ਪਾਠ ਕੀਤੇ ਜਾਂਦੇ ਨੇ। ਮਹਾਰਾਜ ਆਖਦੇ ਨੇ ਇੱਥੇ ਕੇਵਲ ਸਿੱਖ ਦੀ ਗੱਲ ਨਹੀਂ, ਇੱਥੇ ਹਰ ਉਸ ਮਨੁੱਖ ਦੀ ਗੱਲ ਹੈ ਜਿਹੜਾ ਪਾਠ ਕਰਦਾ ਹੈ। ਮਹਾਰਾਜ ਆਖਦੇ ਨੇ ਭਾਵੇਂ ਤੂੰ ਵੇਦਾਂ ਦੀ ਵਿਚਾਰ ਕਰਦਾ ਹੋਵੇ, ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਦਾ ਹੋਵੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਨਿਉਲੀ ਕਰਮ ਕਰਨਾ, ਜੋਗੀ ਲੋਕ ਨਿਉਲੀ ਕਰਮ ਕਰਦੇ ਸਨ। ਉੱਠੇ ਲਟਕਣਾ, ਅੱਗ ਚਾਰੇ ਪਾਸੇ ਬਾਲ ਕੇ ਇਸ ਤਰ੍ਹਾਂ ਧੂਣਾ ਲਾ ਕੇ ਉਹਦੇ ਲਾਗੇ ਬਹਿ ਜਾਣਾ, ਸ਼ੀਤਲ ਪਾਣੀ ਵਿੱਚ ਇੱਕ ਲੱਤ ਤੇ ਖਲੋਤੇ ਰਹਿਣਾ, ਇਹੋ ਜਿਹੇ ਕਈ ਕਰਮ ਯੋਗ ਆਦਿਕ ਕਰਨੇ। ਪਰ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ ਸਾਰੇ ਧਾਰਮਿਕ ਕਰਮ ਤੋਂ ਬਾਅਦ ਹਾਸਲ ਕੀ ਹੋਇਆ? ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬੰਦ। ਨਾ ਕਾਮ ਤੋਂ ਖੜਾ ਛੁੱਟਿਆ, ਨਾ ਕ੍ਰੋਧ, ਨਾ ਹੰਕਾਰ, ਨਾ ਲੋਭ, ਨਾ ਮੋਹ, ਬਲਕਿ ਹੰਕਾਰ ਹੋਰ ਵੱਧ ਗਿਆ। ਕਿਵੇਂ ਵਧਿਆ ਭਲਾ? ਪਹਿਲੀ ਗੱਲ ਤੇ ਮਨੁੱਖ ਕਰਦੇ ਹੀ ਨਹੀਂ। ਮਹਾਰਾਜ ਬਾਣੀ ਵਿੱਚ ਆਖਦੇ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ। ਪਹਿਲੀ ਗੱਲ ਤੇ ਕਰਦਾ ਹੀ ਨਹੀਂ, ਤੇ ਜੇ ਕਿਤੇ ਲੱਗ ਗਿਆ ਕਰਨ ਫਿਰ ਇਹ ਕਹਿੰਦਾ ਵੀ ਮੈਂ ਹੁਣ ਮੇਰੇ ਵਰਗਾ ਪਾਠ ਨਹੀਂ ਕਰਦਾ। ਇਸ ਚੀਜ਼ ਦਾ ਮਾਣ। ਹੰਕਾਰ ਇੱਕ ਐਸੀ ਚੀਜ਼ ਹੈ, ਜੇ ਮਨੁੱਖ ਕੋਈ ਕਰਮ ਕਰਨ ਲੱਗੇ ਨੇ ਪਹਿਲਾਂ ਆ ਜਾਣਾ, ਪਹਿਲਾਂ। ਫਿਰ ਬੰਦਾ ਆਖੇ ਮੇਰੇ ਵਰਗਾ ਪਾਠ ਨਹੀਂ ਕਰਦਾ, ਮੇਰੇ ਵਰਗਾ ਯੋਗ ਨਹੀਂ ਕਰਦਾ, ਮੇਰੇ ਵਰਗੀ ਕਥਾ ਨਹੀਂ, ਮੇਰੇ ਵਰਗੀ ਕੀਰਤਨ ਨਹੀਂ, ਮੇਰੇ ਵਰਗੀ ਸੇਵਾ ਨਹੀਂ, ਬਸ ਮੈਂ ਹੀ ਮੈਂ ਕਰਦਾ ਜਾਵੇ। ਮਹਾਰਾਜ ਕਹਿਣ ਲੱਗੇ ਖਹਿੜਾ ਤੇ ਕੀ ਛੁੱਟਣਾ ਸੀ, ਹੋਰ ਹੰਕਾਰ ਵੱਧ ਗਿਆ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਇਹਨਾਂ ਤਰੀਕਿਆਂ ਦੇ ਨਾਲ ਰੱਬ ਨਹੀਂ ਮਿਲਣਾ, ਮੈਂ ਇਹ ਕਰਕੇ ਵੇਖ ਚੁੱਕਿਆ। ਹੁਣ ਅਕਸਰ ਜਦੋਂ ਕੋਈ ਸਿਆਣਾ ਮਨੁੱਖ ਕੋਈ ਗੱਲ ਕਰਦਾ ਹੈ ਨਾ, ਉਹ ਤਾਂ ਗੱਲ ਕਰਦਾ ਹੈ ਵੀ ਉਹ ਉਸ ਸਿਚੁਏਸ਼ਨ ਦੇ ਵਿੱਚੋਂ ਲੰਘ ਕੇ ਤੇ ਆਇਆ ਹੁੰਦਾ ਹੈ। ਜਦੋਂ ਕੋਈ ਮਨੁੱਖ ਉਸ ਕੰਮ ਨੂੰ ਪਹਿਲਾਂ ਕਰਕੇ, ਆਪਾਂ ਜਦੋਂ ਕੋਈ ਕੰਮ ਸ਼ੁਰੂ ਕਰਨਾ ਹੋਵੇ ਨਾ, ਤੇ ਅਕਸਰ ਆਪਾਂ ਕਹਿੰਦੇ ਹਾਂ ਕਿਸੇ ਸਿਆਣੇ ਬੰਦੇ ਨੂੰ ਪੁੱਛ ਲਈਏ ਵੀ ਇਹ ਕੰਮ ਜਿਹੜਾ, ਕਿਉਂਕਿ ਜਿਹੜਾ ਮਨੁੱਖ ਇਸ ਕੰਮ ਨੂੰ ਜਾਣਦਾ ਹੈ, ਅਗਰ ਉਹਨੂੰ ਪੁੱਛਾਂਗੇ ਤੇ ਸਾਨੂੰ ਨੌਲੇਜ ਜਾਣਕਾਰੀ ਜ਼ਿਆਦਾ ਮਿਲੇਗੀ। ਤੇ ਅਸੀਂ ਜਾ ਕੇ ਉਹਨੂੰ ਪੁੱਛਦੇ ਹਾਂ ਬਈ ਆਹ ਕਾਰਜ ਜਿਹੜਾ ਇਹ ਅਸੀਂ ਕਰਨ ਲੱਗੇ ਹਾਂ, ਇਹ ਕਾਰਜ ਕੀਤਿਆਂ ਸਾਨੂੰ ਲਾਭ ਹੋਵੇਗਾ ਕਿ ਨੁਕਸਾਨ ਹੋਵੇਗਾ? ਅੱਗੋਂ ਮਨੁੱਖ ਫਿਰ ਸਾਨੂੰ ਦੱਸੇਗਾ ਵੀ ਇਹਦੇ ਵਿੱਚ ਇੰਨਾ ਪ੍ਰੋਫਿਟ ਹੈ, ਇੰਨਾ ਲਾਸ ਹੈ, ਕਿੰਨਾ ਖਰਚਾ ਹੈ, ਕਿੰਨੀ ਪੂੰਜੀ ਲੱਗਦੀ ਹੈ, ਸਾਰੀ ਸਾਨੂੰ ਜਾਣਕਾਰੀ ਉਹ ਬੰਦਾ ਦੇ ਸਕਦਾ ਜਿਹਨੂੰ ਇਹਦੀ ਜਾਣਕਾਰੀ ਹੈ। ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਜੇ ਕਹਿ ਰਹੇ ਨਾ ਪਿਆਰੇ ਇਨ ਬਿਨ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਇਹਦਾ ਮਤਲਬ ਮਹਾਰਾਜ ਪਾਤਸ਼ਾਹ ਜੀ ਇਹ ਸਾਰੇ ਕਰਮ ਪਹਿਲਾਂ ਵੇਖ ਚੁੱਕੇ। ਉਹ ਇਹਨਾਂ ਨੂੰ ਵੇਖ ਕੇ ਤੇ ਬਾਅਦ ਵਿੱਚ ਫਿਰ ਸਾਨੂੰ ਸਮਝਾ ਰਹੇ ਨੇ। ਵੀ ਕਿਉਂ ਸਮਝਾ ਰਹੇ ਨੇ? ਉਹ ਇਸ ਕਰਕੇ ਸਮਝਾ ਰਹੇ ਨੇ ਵੀ ਕਿਤੇ ਇਹ ਨਾ ਹੋਵੇ ਵੀ ਤੂੰ ਵੀ ਆਪਣੀ ਜ਼ਿੰਦਗੀ ਦਾ ਸਮਾਂ ਗਵਾ ਲਵੇਂ ਇਹਨਾਂ, ਮਤੇ ਤੇਰੀ ਜ਼ਿੰਦਗੀ ਦਾ ਸਮਾਂ ਵੀ ਗਵਾ ਜਾਵੇ, ਮਿਹਨਤ ਵੀ ਕਰੇ ਪੱਲੇ ਵੀ ਕੁਛ ਨਾ ਪਵੇ। ਤੁਸੀਂ ਇੱਕ ਨਿੱਕੀ ਜਿਹੀ ਗੱਲ ਸਮਝੋ, ਕੋਈ ਮਨੁੱਖ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰੇ ਤੇ ਸ਼ਾਮ ਨੂੰ ਉਹਦਾ ਮਾਲਕ ਆਖੇ ਵੀ ਮੈਂ ਤੇ ਤੈਨੂੰ ਪੈਸਾ ਇੱਕ ਨਹੀਂ ਦੇਣਾ, ਤੇ ਹੁਣ ਉਹ ਬੰਦਾ ਕਿੰਨਾ ਨਿਰਾਸ਼ ਹੋਵੇਗਾ ਵੀ ਮੈਂ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕੀਤਾ, ਮਿਹਨਤ ਕੀਤੀ, ਸਮਾਂ ਵੀ ਲਾਇਆ, ਪਰ ਮਿਲਿਆ ਵੀ ਕੁਛ ਨਹੀਂ। ਹੂ ਬਾਹੂ ਕਰਮ ਕਾਂਡ ਬਿਲਕੁਲ ਇਸੇ ਤਰ੍ਹਾਂ ਨੇ। ਮਹਾਰਾਜ ਨੇ ਆਖਿਆ ਜੇ ਤੂੰ ਕਰਮ ਕਾਂਡ ਕਰੇਗਾ ਤੇ ਕਰਮ ਕਾਂਡਾਂ ਤੋਂ ਬਾਹਰ ਨਹੀਂ ਨਿਕਲੇਗਾ, ਬਸ ਸਮਝੀ ਤੇਰਾ ਕੀਤਾ ਹੋਇਆ ਵਿਅਰਥ ਹੋ ਜਾਵੇਗਾ, ਕਿਉਂਕਿ ਇਹਨਾਂ ਦਾ ਤੂੰ ਕਰਕੇ ਹੰਕਾਰ ਮਨ ਵਿੱਚ ਪੈਦਾ ਕਰਦਾ। ਪਿਆਰੇ ਇਨ ਬਿਨ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕੈ ਦੁਆਰਾ ਦੀਜੈ, ਬੁੱਧ ਵਿਵੇਕਾ ਮੈਨੂੰ ਵਿਵੇਕ ਬੁੱਧੀ ਦੇ। ਤੇ ਵਿਵੇਕ ਬੁੱਧੀ ਕਿਉਂ ਮੰਗੀ? ਕਿਉਂਕਿ ਮਹਾਰਾਜ ਮੈਨੂੰ ਪਤਾ ਲੱਗ ਜੇ ਕਿਹੜੇ ਕਰਮ ਮੈਂ ਕਰਨੇ ਨੇ, ਕਿਹੜੇ ਨਹੀਂ ਕਰਨੇ।
ਮੈਨੂੰ ਚੰਗੇ ਤੇ ਮਾੜੇ ਦੀ ਸਮਝ ਆ ਜਾਵੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੜੇ ਨੁਕਤੇ ਦੀ ਗੱਲ ਸਮਝਾਈ ਹੈ। ਮਹਾਰਾਜ ਕਹਿਣ ਲੱਗੇ, ਮੈਂ ਇਹ ਨਹੀਂ ਕਹਿੰਦਾ ਵੀ ਧਰਮ ਦੇ ਕਰਮ ਮਾੜੇ ਨੇ, ਪਰ ਮੈਂ ਇਹ ਕਹਿੰਦਾ ਧਰਮ ਦੇ ਕਰਮ ਕਰਨ ਤੋਂ ਬਾਅਦ ਜੇ ਤੂੰ ਹੰਕਾਰੀ ਹੋ ਗਿਆ ਤੇ ਫਿਰ ਉਹ ਕੀਤੇ ਹੋਏ ਕਿਸੇ ਕੰਮ ਨਹੀਂ। ਮਹਾਰਾਜ ਦਾ ਬਚਨ ਪੜ੍ਹਦੇ ਆ, ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੁਟੈ, ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ। ਮੈਂ ਤੈਨੂੰ ਇੱਕ ਯੁਕਤੀ ਦੱਸਦਾ, ਇੱਕ ਤਰੀਕਾ ਢੰਗ ਦੱਸਦਾ ਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਪੁੱਛਿਆ ਸੀ, ਪਾਤਸ਼ਾਹ ਜਿਹੜੇ ਲੋਕ ਕਰਮਕਾਂਡ ਕਰਦੇ ਨੇ, ਕੀ ਕਰਮਕਾਂਡ ਪਰਮਾਤਮਾ ਦੀ ਭਗਤੀ ਨਹੀਂ? ਕਿ ਜਿੰਨੇ ਵੀ ਲੋਕ ਇਹ ਕਰਮਕਾਂਡ ਕਰ ਰਹੇ ਨੇ ਇਹ ਭਗਤੀ ਨਹੀਂ? ਤੇ ਸਤਿਗੁਰ ਪਾਤਸ਼ਾਹ ਜੀ ਨੇ ਉੱਥੇ ਇੱਕ ਜਵਾਬ ਦਿੱਤਾ ਸੀ, ਕਹਿਣ ਲੱਗੇ, ਹਰ ਇੱਕ ਮਨੁੱਖ ਉਹ ਜੇ ਧਰਮ ਦੇ ਕਰਮ ਕਰ ਰਿਹਾ ਤਾਂ ਹੈ ਤਾਂ ਅਸਲ ਦੇ ਵਿੱਚ ਸਾਰੇ ਹੀ ਰੱਬ ਦੇ ਪਰਮਾਤਮਾ ਦੇ ਨਾਮ ਤੇ ਹੀ ਕਰਦਾ ਹੈ ਨਾ। ਹੁਣ ਕਰਦਾ ਵੀ ਇਸ ਕਰਕੇ ਵੀ ਮੈਨੂੰ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ, ਮੈਨੂੰ ਮਨ ਦੀ ਸ਼ਾਂਤੀ ਹਾਸਲ ਹੋ ਜਾਵੇ, ਮਨ ਦਾ ਟਿਕਾ ਹਾਸਲ ਹੋ ਜਾਵੇ, ਇਸ ਕਰਕੇ ਕਰਦੇ ਨਾ। ਸਾਹਿਬ ਆਖਦੇ ਨੇ ਜਿਹੜੇ ਕਰਮ ਕਾਂਡ ਨੇ ਨਾ ਉਹ ਕੀੜੀ ਦੀ ਨਿਆਈ ਨੇ। ਕੀੜੀ ਥੱਲਿਓਂ ਚਲੇ ਤੇ ਦਰਖਤ ਦੀ ਚੋਟੀ ਤੇ ਪਹੁੰਚਣਾ ਹੋਵੇ ਤੇ ਕਿੰਨਾ ਸਮਾਂ ਲੱਗੇਗਾ? ਤੇ ਪਾਤਸ਼ਾਹ ਜੀ ਨੂੰ ਪੁੱਛਿਆ ਵੀ ਕੋਈ ਐਸਾ ਵੀ ਤਰੀਕਾ ਹੈ ਵੀ ਸਿੱਧਾ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ ਹੋ ਸਕੇ? ਕਹਿ ਲਗੇ ਹੈ। ਕਹਿ ਲਗੇ ਉਹ ਹੈ ਪਰਮਾਤਮਾ ਦੀ ਯਾਦ, ਉਹ ਹੈ ਸਿਮਰਨ, ਉਹ ਹੈ ਨਾਮ ਜਪਣਾ, ਉਹ ਹੈ ਰੱਬੀ ਕੀਰਤਨ, ਇਹ ਇਬਾਦਤ। ਕਹਿਣ ਲੱਗੇ ਇਹ ਰੱਬੀ ਇਬਾਦਤ ਪੰਛੀ ਵਰਗੀ ਹੈ। ਪੰਛੀ ਉਡਾਰੀ ਮਾਰੇ ਤੇ ਦਰਖਤ ਦੇ ਉੱਤੇ, ਇੱਕ ਛਿੱਲ ਵਿੱਚ ਥੱਲੇ ਉਡਾਰੀ ਮਾਰ ਕੇ ਉੱਤੇ। ਕੀਰਤਨ, ਕਥਾ, ਨਾਮ, ਸਿਮਰਨ, ਸੇਵਾ, ਇਹ ਉਹ ਦਾਤਾਂ ਨੇ ਜੋ ਪੰਛੀ ਦੀ ਉਡਾਰੀ ਨੇ। ਤੇ ਬਾਕੀ ਜਿਹੜੇ ਕਰਮ ਕਾਂਡ ਨੇ ਉਹ ਕੀੜੀ ਦੀ ਚਾਲ ਨੇ। ਉਹ ਸਹਿਜੇ ਸਹਿਜੇ ਅੱਗੇ ਵਧਣਾ, ਹੌਲੀ ਹੌਲੀ ਅੱਗੇ ਵਧਣਾ। ਤੇ ਗੁਰਦੇਵ ਪਾਤਸ਼ਾਹ ਜੀ ਨੇ ਤਾਂ ਸੁਚੇਤ ਕੀਤਾ ਅੱਜ ਦਾ ਬਚਨ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾ। ਤੂੰ ਆਖੇ ਵੀ ਮੇਰੇ ਵਰਗਾ ਕੋਈ ਤੀਰਥ ਯਾਤਰੀ ਨਹੀਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਆਪਾਂ ਰੋਜ਼ ਪੜ੍ਹਦੇ ਹਾਂ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ, ਕਹਿ ਲਗੇ ਕੋਈ ਬੰਦਾ ਤੀਰਥਾਂ ਦੇ ਰਟਨ ਕਰ ਲਵੇ, ਕੋਈ ਬਹੁਤ ਸਾਰੇ ਜਪ ਤਪ ਕਰ ਲਵੇ, ਕੋਈ ਕਹਿ ਲਗੇ ਦਾਨ ਪੁੰਨ ਕਰ ਲਵੇ, ਇਹਨਾਂ ਦਾ ਫਲ ਕਿੰਨਾ ਕੁ ਮਿਲਦਾ ਹੈ? ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਪੁੱਛੀਏ, ਮਹਾਰਾਜ ਇਹਨਾਂ ਦਾ ਫਲ ਕਿੰਨਾ ਕੁ ਹੈ? ਤੀਰਥ ਤਪ ਦਇਆ ਦਪ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਵੱਧ ਤੋਂ ਵੱਧ ਇੱਕ ਤਿਲ ਜਿੰਨਾ ਮਾਣ ਮਿਲੇਗਾ, ਬਸ ਇਸ ਤੋਂ ਵੱਧ ਨਹੀਂ। ਉਹ ਵੀ ਕੀ? ਲੋਕੀ ਕਹਿਣਗੇ ਵੇਖੋ ਕਿੰਨਾ ਵੱਡਾ ਧਰਮੀ ਬੰਦਾ ਤੀਰਥਾਂ ਤੇ ਜਾਂਦਾ ਹੈ ਇਸ਼ਨਾਨ ਕਰਨ। ਵੈਸੇ ਤੀਰਥਾਂ ਦੀ ਸ਼ੁਰੂਆਤ ਕਿੱਥੋਂ ਹੋਈ ਹੈ? ਤੀਰਥ ਬਣੇ ਕਿਵੇਂ ਨੇ? ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ, ਕਬੀਰ ਸਾਹਿਬ ਆਖਦੇ ਨੇ, ਤੀਰਥ ਬੜਾ ਕਿ ਹਰਿ ਕਾ ਦਾਸ। ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੈ? ਹਰੀ ਦਾ ਦਾਸ ਵੱਡਾ ਹੈ, ਕਿਉਂਕਿ ਹਰੀ ਦਾ ਦਾਸ ਕਰਕੇ ਤੀਰਥ ਬਣੇ, ਨਾ ਕਿ ਤੀਰਥ ਕਰਕੇ ਹਰੀ ਦੇ ਦਾਸ ਬਣੇ। ਜਿੱਥੇ ਜਿੱਥੇ ਹਰੀ ਦੇ ਸੇਵਕ ਗਏ, ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ, ਜਿਨੇ ਅੱਜ ਸੰਸਾਰ ਦੇ ਵਿੱਚ ਮੰਦਿਰ, ਗੁਰਦੁਆਰੇ, ਮਸੀਤਾਂ, ਇਹ ਧਾਰਮਿਕ ਸਥਾਨ ਨੇ, ਇਹ ਸਾਰੇ ਉਹਨਾਂ ਕਰਕੇ ਨੇ ਜਿਨ੍ਹਾਂ ਕਦੀ ਨਾਮ ਜਪਿਆ ਸੀ, ਪਰਮਾਤਮਾ ਦੀ ਇਬਾਦਤ ਕੀਤੀ ਸੀ। ਭਲੇ ਪੁਰਸ਼ ਜਿੱਥੇ ਜਿੱਥੇ ਉਹਨਾਂ ਦੇ ਚਰਨ ਪਏ, ਜਿੱਥੇ ਜਿੱਥੇ ਉਹਨਾਂ ਟਿਕਾਣਾ ਕੀਤਾ, ਉਹ ਥਾਵਾਂ ਪੂਜਣ ਵਾਲੀਆਂ ਬਣ ਗਈਆਂ, ਉਹ ਤੀਰਥ ਬਣ ਗਏ। ਹਾਲਾਂਕਿ ਸਮਾਂ ਪਾ ਕੇ ਇਹ ਤੀਰਥ ਸਮੇਂ ਦਾ ਜਿਹੜਾ ਪੁਜਾਰੀ ਵਰਗ ਸੀ ਉਹਨੇ ਇਹਨਾਂ ਤੇ ਕਬਜ਼ਾ ਕਰਕੇ ਤੇ ਇੱਥੇ ਲੋਕਾਂ ਨੂੰ ਬੜਾ ਗੁੰਮਰਾਹ ਕੀਤਾ ਤੇ ਲੁੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਰੱਬ ਦਾ ਸਹੀ ਗਿਆਨ ਨਹੀਂ ਦਿੱਤਾ, ਰੱਬ ਦੀ ਸਹੀ ਇਨਫੋਰਮੇਸ਼ਨ ਨਹੀਂ ਦਿੱਤੀ, ਗਲਤ ਗਾਈਡ ਕਰਕੇ ਉਹਨਾਂ ਨੂੰ ਸਾਰੀ ਜ਼ਿੰਦਗੀ ਭੁਲੇਖੇ ਵਿੱਚ ਪਾ ਦਿੱਤਾ ਵੀ ਸਿਰਫ ਇਸ਼ਨਾਨ ਕੀਤੇ ਹੀ ਰੱਬ ਮਿਲ ਜਾਵੇ, ਸਿਰਫ ਮੈਜ ਪਾਠ ਕੀਤੇ ਹੀ ਰੱਬ ਮਿਲ ਜਾਵੇ, ਇੰਨੇ ਪਾਠ ਕਰਾ ਲਓ ਰੱਬ ਮਿਲ ਜਾਵੇਗਾ, ਇੰਨੇ ਇਸ਼ਨਾਨ ਕਰ ਲਓ ਰੱਬ ਮਿਲ ਜਾਵੇ, ਇੰਨੇ ਰਟਣ ਕਰ ਲਓ ਰੱਬ ਮਿਲ ਜਾਵੇ। ਤੇ ਸਾਡੇ ਸਾਹਮਣੇ ਬਿਲਕੁਲ ਮਿਸਾਲ ਹੈ, ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਅਸੀਂ ਬਾਬਾ ਅਮਰਦਾਸ ਜੀ ਤੋਂ ਪੁੱਛੀਏ, ਉਹ 60 ਸਾਲ ਤੱਕ ਤੀਰਥਾਂ ਦੇ ਇਸ਼ਨਾਨ ਕਰਦੇ ਰਹੇ।
ਤੇ ਬਾਬਾ ਅਮਰਦਾਸ ਜੀ ਤੋਂ ਪੁੱਛੀਏ ਤੇ ਬਾਬਾ ਅਮਰਦਾਸ ਜੀ ਆਖਦੇ ਨੇ, ਕਹਿਣ ਲੱਗੇ, ਪਿਆਰਿਆ ਇਸ ਭੁਲੇਖੇ ਵਿੱਚ ਨਾ ਪੈ ਜਾਵੇ ਵੀ ਕੇਵਲ ਇਸ਼ਨਾਨ ਕੀਤਿਆਂ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ, ਕੇਵਲ ਤੀਰਥ ਤੇ ਜਾਇਆ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੈ। ਬਿਲਕੁਲ ਵੀ ਨਹੀਂ। ਕਹਿਣ ਲੱਗੇ, ਬਾਹਰ ਦਾ ਇਸ਼ਨਾਨ ਕਰਨਾ ਮੁਬਾਰਕ ਹੈ, ਬਿਲਕੁਲ ਮਾੜੀ ਗੱਲ ਨਹੀਂ, ਜ਼ਰੂਰੀ ਹੈ, ਪਰ ਕੇਵਲ ਇਸ਼ਨਾਨ ਨੂੰ ਧਰਮ ਨਾਲ ਜੋੜ ਲੈਣਾ ਬੜੀ ਵੱਡੀ ਗਲਤੀ ਹੈ। ਇਸ਼ਨਾਨ ਕਰਨਾ ਮੁਬਾਰਕ ਹੈ, ਜ਼ਰੂਰੀ ਹੈ, ਪਰ ਕੋਈ ਬੰਦਾ ਆਖੇ ਇਸ਼ਨਾਨ ਕਰਕੇ ਮੈਂ ਧਰਮੀ ਹੋ ਗਿਆ, ਇਹ ਉਹਦੇ ਮਨ ਦਾ ਭੁਲੇਖਾ ਹੈ। ਇਸ ਕਰਕੇ ਬਾਬਾ ਅਮਰਦਾਸ ਜੀ ਨੇ ਆਖਿਆ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੂਰ। ਹੁਣ ਜਿਹੜੇ 60 ਸਾਲ ਤੱਕ ਆਪ ਜਾ ਕੇ ਤੀਰਥਾਂ ਤੇ ਨਹਾਉਂਦੇ ਰਹੇ, ਜੇ ਉਹ ਇਹ ਬਚਨ ਕਹਿ ਰਹੇ ਨੇ ਤੇ ਉਹਨਾਂ ਆਪਣੀ ਜ਼ਿੰਦਗੀ ਦਾ ਤਜਰਬਾ ਜਿਹੜਾ ਹੈ ਉਹ ਸਾਹਮਣੇ ਮਨੁੱਖਤਾ ਦੇ ਰੱਖੇ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਕਹਿਣ ਲੱਗੇ, ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ਨ ਕੋਰ, ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾਂ ਚੋਰ। ਤੁਹਾਡੇ ਨਾਲੋਂ ਉਹ ਚੰਗੇ ਜਿਹੜੇ ਤੀਰਥਾਂ ਤੇ ਨਹੀਂ ਨਹਾਉਣ ਗਏ। ਕਿਉਂ? ਜੇ ਤੀਰਥਾਂ ਤੇ ਜਾ ਕੇ ਵੀ ਨਸ਼ੇ ਨਹੀਂ ਛੱਡੇ, ਤੀਰਥਾਂ ਤੇ ਜਾ ਕੇ ਵੀ ਠੱਗੀਆਂ ਨਹੀਂ ਛੱਡੀਆਂ, ਚੋਰੀਆਂ ਨਹੀਂ ਛੱਡੀਆਂ, ਬੁਰੇ ਕੰਮ ਕਿਸੇ ਦੇ ਹੱਕ ਮਾਰਨੇ ਨਹੀਂ ਛੱਡੇ, ਤੇ ਤੀਰਥਾਂ ਤੇ ਜਾਣਾ ਸਿਰਫ ਤੇਰਾ ਪਖੰਡ, ਇਸ ਤੋਂ ਜ਼ਿਆਦਾ ਹੋਰ ਕੁਛ ਨਹੀਂ। ਜੇ ਜੀਵਨ ਵਿੱਚ ਬਦਲਾਅ ਵੀ ਨਹੀਂ ਆਇਆ ਫਿਰ ਕੀ ਲਾਭ ਹੋਇਆ ਤੀਰਥਾਂ ਦਾ? ਮਹਾਰਾਜ ਕਹਿ ਲਗੇ ਤੀਰਥ ਵਰਤ, ਤੇ ਸਾਡੇ ਦੇਸ਼ ਦੇ ਵਿੱਚ ਵਰਤ ਵੀ ਰੱਖੇ ਜਾਂਦੇ ਨੇ। ਲੋਕੀ ਕਹਿੰਦੇ ਮੇਰਾ ਅੱਜ ਫਾਸਟ ਹੈ, ਤੇ ਇੱਥੋਂ ਤੱਕ ਵੀ ਵਰਤ ਰੱਖੇ ਜਾਂਦੇ ਨੇ ਵੀ ਪਤੀ ਦੀ ਲੰਮੀ ਉਮਰ ਵਾਸਤੇ। ਜਿਹੜੇ ਰੱਖਦੇ ਨੇ, ਜਿਨ੍ਹਾਂ ਦਾ ਧਰਮ ਹੈ ਮੁਬਾਰਕ ਹੈ, ਉਹਨਾਂ ਦਾ ਧਰਮ ਉਹਨਾਂ ਨੂੰ ਕਹਿੰਦਾ ਸਨਾਤਨੀ ਧਰਮ। ਪਰ ਸਿੱਖ ਵਾਸਤੇ ਗੁਰਬਾਣੀ ਜਿਹੜੀ ਹੈ ਉਹ ਇਹ ਉਪਦੇਸ਼ ਕਰਦੀ ਹੈ ਬਈ ਅੰਨ ਨੂੰ ਛੱਡਿਆ। ਵੇਖੋ ਗੁਰਬਾਣੀ ਨੇ ਸਾਨੂੰ ਦੋਵੇਂ ਪੱਖ ਦਿੱਤੇ ਨੇ। ਇੱਕ ਪਾਸੇ ਮਹਾਰਾਜ ਬਾਣੀ ਵਿੱਚ ਇਹ ਕਹਿ ਰਹੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਐ ਮਨ ਵਿੱਚ ਚਲੇ ਵਕਾਰ। ਇੰਨਾ ਵੀ ਨਾ ਖਾ ਲਵੀਂ ਕਿ ਸਰੀਰ ਰੋਗੀ ਹੋ ਜਾਵੇ, ਇੰਨਾ ਵੀ ਨਾ ਖਾਵੀਂ ਵੀ ਸਰੀਰ ਰੋਗੀ ਹੋ ਜਾਵੇ। ਸ਼ੇਖ ਸਾਦੀ ਨੇ ਬੜਾ ਪਿਆਰਾ ਇੱਕ ਲਿਖਿਆ, ਉਹ ਕਹਿੰਦਾ, ਦੋ ਮੁਸਾਫਰ ਰਸਤੇ ਤੇ ਜਾ ਰਹੇ ਸਨ। ਇੱਕ ਪਿੰਡੋਂ ਰਾਤ ਨੂੰ ਰੁਕੇ ਤੇ ਉਸ ਪਿੰਡ ਵਿੱਚ ਚੋਰੀ ਹੋ ਗਈ। ਉਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਸ਼ੱਕ ਹੋਇਆ ਕਿਤੇ ਇਹਨਾਂ ਨੇ ਚੋਰੀ ਨਹੀਂ ਕੀਤੀ। ਉਹਨਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਅਗਲੇ ਦਿਨ ਉਹ ਚੋਰ ਕਿਤੇ ਲੱਭ ਗਿਆ ਤੇ ਉਹਨਾਂ ਆਖਿਆ ਵੀ ਇਹ ਦੋਵੇਂ ਤਾਂ ਬੇਕਸੂਰ ਨੇ। ਉਹਨਾਂ ਕੁੰਡੀ ਖੋਲੀ, ਦਰਵਾਜ਼ਾ ਖੋਲਿਆ, ਇੱਕ ਮਰਿਆ ਪਿਆ ਵਿੱਚ। ਉਹਨਾਂ ਆਖਿਆ ਵੀ ਇਹਨੂੰ ਕੀ ਹੋਇਆ? ਉਹ ਨਾਲ ਦਾ ਕਹਿੰਦਾ, ਇਹਨੂੰ ਘੜੀ ਮੁੜੀ ਖਾਣ ਦੀ ਆਦਤ ਸੀ, ਇਹਨੂੰ ਪਿਛਲੇ 10-12 ਘੰਟਿਆਂ ਤੋਂ ਕੁਝ ਮਿਲਿਆ ਨਹੀਂ, ਇਸ ਕਰਕੇ ਮਰ ਗਿਆ। ਇੰਨੀ ਵੀ ਖਾਣ ਦੀ ਆਦਤ ਨਾ ਹੋਵੇ ਕਿ ਬੰਦਾ ਆਖੇ ਹੁਣ ਮੈਂ ਰਹਿ ਹੀ ਨਹੀਂ ਸਕਦਾ, ਤੇ ਇੰਨਾ ਵੀ ਆਖੇ ਵੀ ਮੈਂ ਹੁਣ ਅੰਨ ਹੀ ਤਿਆਗ ਦੇਣਾ, ਮੈਂ ਹੁਣ ਖਾਣਾ ਹੀ ਨਹੀਂ, ਮੈਂ ਅੰਨ ਹੀ ਤਿਆਗ ਦੇਣਾ। ਮਹਾਰਾਜ ਨੇ ਦੋਵੇਂ ਪੱਖ ਦਿੱਤੇ। ਕਹਿਣ ਲੱਗੇ, ਅੰਨ ਦੇ ਨਾਲ ਸਰੀਰ ਚੱਲਣਾ, ਅੰਨ ਤੋਂ ਬਿਨਾਂ ਇਹ ਦੇਹ ਚੱਲਣੀ ਨਹੀਂ। ਅੰਨ ਜ਼ਰੂਰੀ ਹੈ ਤਾਂ ਬਚਨ ਕਹਿ ਦਿੱਤੇ, ਭੁੱਖੇ ਭਗਤ ਨਾ ਕੀਜੈ ਜਾਂ ਮਾਲਾ ਆਪਣੀ ਲੀਜੈ। ਤਾਂ ਬਚਨ ਕਹਿ ਦਿੱਤੇ ਵੀ ਭੁੱਖਿਆਂ ਭਗਤੀ ਨਹੀਂ ਹੋਣੀ। ਭੋਜਨ ਜ਼ਰੂਰੀ ਹੈ, ਪਰ ਇੰਨਾ ਜ਼ਿਆਦਾ ਵੀ ਨਹੀਂ ਕਿ ਬੰਦਾ ਪਾਠ ਚੱਲਦਾ, ਕੀਰਤਨ ਚੱਲਦਾ ਤੇ ਨੀਂਦ ਆਉਣ ਲੱਗ ਜਾਵੇ। ਮੈਂ ਵੇਖਿਆ ਧਾਰਮਿਕ ਮਤਲਬ ਬੰਦੇ ਨੂੰ ਨੀਂਦ ਆ ਜਾਂਦੀ, ਸੌ ਜਾਂਦੇ। ਕਿਉਂ? ਆਲਸ ਇਹਨਾਂ। ਤਾਂ ਭੋਜਨ ਆਲਸ ਨਾ ਬਣੇ ਕਿ ਅੰਮ੍ਰਿਤ ਵੇਲੇ ਤੈਨੂੰ ਉੱਠਣ ਹੀ ਨਾ ਦੇਵੇ। ਇੰਨਾ ਭੋਜਨ ਵੀ ਨਾ ਖਾਵੇ ਤੇ ਇੰਨਾ ਥੋੜਾ ਵੀ ਨਾ ਖਾਵੀ ਕਿ ਪ੍ਰਮਾਤਮਾ ਦਾ ਨਾਮ ਜਪਣ ਲੱਗੇ ਤੇ ਤੈਨੂੰ ਪ੍ਰਸ਼ਾਦੀ ਨਜ਼ਰ ਆਈ ਜਾਣ ਵੀ ਮੈਨੂੰ ਭੁੱਖ ਲੱਗੀ। ਮਹਾਰਾਜ ਨੇ ਦੋਵੇਂ ਗੱਲਾਂ ਸਾਡੇ ਸਾਹਮਣੇ ਰੱਖੀਆਂ। ਤਾਂ ਜਦੋਂ ਵਰਤਾਂ ਦੀ ਗੱਲ ਆਉਂਦੀ ਹੈ ਤੇ ਗੁਰੂ ਸਾਹਿਬ ਨੇ ਆਖਤਾ, ਇੱਕ ਬਚਨ ਆਉਂਦਾ ਹੈ ਬਾਬਾ ਕਬੀਰ ਜੀ ਦਾ, ਕਿ ਜਿਹੜੇ ਲੋਕ ਇਸ ਸਮੇਂ ਵਰਤ ਰੱਖਦੇ ਨੇ, ਕਹਿਣ ਲੱਗੇ ਫਿਰ ਅਗਲਾ ਜਨਮ ਜਿਹੜਾ ਗਦੀ ਦੀ ਜੂਨ ਵਾਲਾ ਉਹਨਾਂ ਦਾ। ਬਾਹਰ ਦੀ ਬਾਣੀ ਵਿੱਚੋਂ ਬਚਨ ਹੈ। ਕਬੀਰ ਸਾਹਿਬ ਆਖਦੇ ਨੇ ਕਿ ਜਿਹੜੀ ਇਸਤਰੀ ਇਸ ਜਨਮ ਵਿੱਚ ਭੋਜਨ ਦਾ ਤਿਆਗ ਕਰਕੇ ਵਰਤ ਆਦਿਕ ਤੇ ਵਹਿਮ ਭਰਮ ਵਿੱਚ ਪੈਂਦੀ ਹੈ, ਕਹਿਣ ਲੱਗੇ ਫਿਰ ਅਗਲੀ ਜਨਮ ਜਿਹੜੀ ਗਦੀ ਦੀ ਰੂਪ ਹੈ। ਕਬੀਰ ਸਾਹਿਬ ਆਖਦੇ ਕਹਿਣ ਲੱਗੇ ਵੀ ਜੇ ਤੂੰ ਭੋਜਨ ਦਾ ਤਿਆਗ ਕਰਕੇ ਤੇ ਇਹ ਸਮਝੇ ਵੀ ਧਰਮੀ ਬਣ ਗਿਆ, ਬਿਲਕੁਲ ਵੀ। ਤੇ ਬਹੁਤਾ ਭੋਜਨ ਖਾ ਕੇ ਵੀ ਤੂੰ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਦਾ। ਕਬੀਰ ਹਰ ਕਾ ਸਿਮਰਨ ਛੱਡ ਕੇ ਅਹੋਈ ਰੱਖੇ ਨਾਰ। ਅਹੋਈ ਕਹਿੰਦੇ ਨੇ ਵਰਤ ਨੂੰ। ਹਰ ਕਾ ਸਿਮਰਨ ਛੱਡ ਕੇ ਅਹੋਈ ਰੱਖੇ ਨਾਰ, ਗਦ ਹੀ ਹੋਈ ਕੇ ਉਤਰੇ ਭਾਰ ਸਹਿ ਮਨਚਾਰ। ਪੜ੍ਹ ਲੈ ਬਚਨ ਗੁਰੂ ਗ੍ਰੰਥ ਸਾਹਿਬ ਜੀ।
पावन बाणी तो कबीर साहब का बचन जी, हर का सिमरन छाड़ के, कबीर हर का सिमरन छाड़ के अहोई राखे नार, गद ही होए के उतरे भार सह, मन चार जिन्ना भार सहना है वो भावें वर्त रखी जाए। गुरु ग्रंथ साहिब पातशाह जी की बाड़ी ये कह रही है, अन्ने बिना न होए सुकाल, तजिए अन्न न मिले गोपाल, छोटे अन्न करे पाखंड, ना सुहागण ना ओ रंड। ये बचन गुरु ग्रंथ साहिब की बाड़ी भी जेड़ा अन्न छड़ के कहना मैं धर्मी हाँ, सिरे का पखंडी है, पखंड करता है। तो महाराज ने ना भोजन छड्डण वास्ते आखे ते ना बहुता भोजन खाण वास्ते आखे। तीजी गल महाराज आखदे ने दान दी। ये दान जिहड़ा शब्द है ये भी बड़ा खतरनाक शब्द है, दान शब्द। जिहड़ा गुरु नानक दे घर विच शब्द है ना वो दान शब्द नहीं। हालांकि असीं गोलखां उत्ते भी अजकल लिख दिता भी दान पेटी शब्द, भी दान इत्थे पाओ, दान इत्थे करो, बिल्कुल भी नहीं। दान हमेशा अपने तो छोटे नूं कीता जाता है। दान हमेशा अपने तो छोटे नूं कीता जाता है। ते गुरु ग्रंथ साहिब पातशाह जी दीन दुनी दे पातशाह ने। असी इन्ने वड्डे दाते नहीं बन गए भी असी गुरु घर नूं गुरु ग्रंथ साहिब के अगे कोई दान दे सकीए। असी ते दान मंगना है, दान लेना है, ना कि दान देना है। तो इत्थे शब्द की वरत्या? शब्द वरत्या भेटा, नजराना। हमेशा अपने तो वड्डे नूं ताकतवर नूं भेटा ते दित्ती जा सकती है, नजराना ते दिता जा सकता है, पर दान नहीं दिता जा सकता। ते साडे ते पखे भी, पौड़ियां भी, बाथरूमां दे वेख्या जाए तो उत्थे टूटियां भी लगियां होंदियां, ਜਿਹੜੇ ਲੱਗੇ ਹੋਏ ਨੇ ਵੱਡੇ ਵੱਡੇ ਆਪਾਂ ਵੀ ਰਸੋਈ ਘਰਾਂ ਵਿੱਚ ਜਿਹੜੇ ਪਤੀਲੇ ਉਹਨਾਂ ਉੱਤੇ ਵੀ ਨਾਂ ਲਿਖੇ ਨੇ, ਫਲਾਣੇ ਨੇ ਇੰਨਾ ਦਾਨ ਕੀਤਾ, ਫਲਾਣੇ ਨੇ ਦਾਨ ਕੀਤਾ। ਤੇ ਸਾਰੀ ਜ਼ਿੰਦਗੀ ਬੰਦਾ ਇਹਦੇ ਹੰਕਾਰ ਚੁੱਕੀ ਫਿਰਦਾ ਵੀ ਸਾਡੇ ਦਾਦੇ ਨੇ ਇਹਨਾਂ ਦਾਨ ਕੀਤਾ, ਸਾਡੇ ਬਾਪੂ ਨੇ ਇਹਨਾਂ ਦਾਨ ਕੀਤਾ। ਤੇ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੋਲੋਂ ਮੰਗਿਆ ਗੁਰੂ ਕੋਲੋਂ ਸਾਰੀ ਜ਼ਿੰਦਗੀ ਮੰਗਤਿਆਂ ਵਾਂਗੂ ਮੰਗ ਕੇ ਤੇ ਥੋੜਾ ਜਿਹਾ ਵਿੱਚੋਂ ਦੇ ਦਿੱਤਾ, ਕਹਿਣਗੇ ਫਲਾਣਾ ਇੰਨਾ ਦਾਨ ਦਿੱਤਾ ਤੇ ਸਰੂਪਾ ਨਾ ਮਿਲੇ, ਫਿਰ ਲੜ ਕੇ ਘਰ ਤੁਰ ਪਈ। मैं गुरुद्वारे नहीं आना, कल मैं हूँ अज तो गुरुद्वारे नहीं आना, क्यों? क्योंकि मैंने सरूपा नहीं मिलया। ये हैरानी वाली गल है। ये बंदे की हौमे शिखर ते खड़ी है, दसदी हौमे भी कितना बड़ा हंकार प्रबल है कि बंदा कहना मैंने सरूपा नहीं मिलया तो मैं गुरुद्वारे नहीं आना। इसका मतलब तू गुरुद्वारे आना ही तां है कि तेन सरूपा मिलता रहे। तू इस करके माया दी, इस करके कोई चीज़ दी है भी मैनू सरूपा मिले। महाराज कह लगे सारे कर्म तू करके जे ये हौं अपने अंदर लैके बैठे भी मैं किता या मैं किता, ये महाराज आखदे ने तीरथ वर्त अर दान कर, मन में धरै गुमान, नानक निफल जाते जो कुंचर इशनान। तेरी हाथी वर्गी हालत है, इशनान करन तो बाद अपने ते खेह पा लैंदा है। भाव धर्म के कर्म करन तो बाद जे तू आखे मैं कीते ने ते फिर तेरी हालत हाथी वर्गी है, करके भी तू उन्हां नूं खेह के समान भी जिवें हाथी अपने उत्ते खेह पा लैंदा है, तू भी समझ अपने उत्ते फिर खेह ही पा ली। भाव वो कर्म किसी भी लेखे विच नहीं लगे। गुरु पातशाह कृपा कर असी जिन्ने भी धर्म के कर्म करते हैं, भावें नाम जपते हैं, सेवा करते हैं, पाठ करते हैं, जिन्ने भी कर्म करते हैं, करन तो बाद हमेशा महाराज अगे अरदास करिए भी सतगुरु मैं ये जो किया है तेरी कृपा नाल कीता है, तू रहमत कीती ते कारज होया। जे तू ना करदा ते मेरे विच ताकत नहीं सी, बल नहीं सी कि मैं कर सकता। गुरु पातशाह कृपा करन, बख्शिश करन, सानू अपने चरनां नाल जोड़ के रखण, होईयां भुलां चुकां दी खिमा। वाहिगुरू जी का खालसा, वाहिगुरू जी की फतेह।